जी मिलनी नी माता गुजरी मामा जग विच होइयां ने बथेरियां पर मिलनी नी माता गुजरी मामा जग विच होइयां ने बथेरियां मिलनी नी माता गुजरी ओ मामा जग विच होइयां ने बथेरियां पर मिलनी नी माता गुजरी जग विच होइयां ने बथेरियां मिलनी नी माता गुजरी मामा जग विच होइयां ने बथेरियां मिलनी नी माता गुजरी जी मामा जग विच होइयां ने बथेरियां मिलनी नी माता गुजरी विच होइयां ने बथेरियां पर मिलनी नी माता गुजरी मामा जग विच होइयां ने बथेरियां पर मिलनी नी माता गुजरी मामा जग विच होइयां ने बथेरियां पर मिलनी नी माता गुजरी मामा जग विच होइयां ने बथेरियां मिलनी नी माता गुजरी मामा जग विच होइयां ने बथेरियां पर मिलनी नी माता गुजरी परम सत्कारयोग गुरां की साज के नवाजी हुई सत संगत जी जुगो जुग टल शब्द अवतार धन 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 साहिब श्री गुरु ग्रंथ साहिब महाराज जी के चरणों विच धन धन अमर जोतां नाम रहियो साधु रहियो गुरु गोबिंद कहो नानक के जगत में किन जप्यो गुरमंत। ओ महान पवित्र आत्मा जगत माता गुजरी जी साहिब बाबा जी सिंह जी साहिब बाबा जुझार सिंह जी साहिब बाबा जोरावर सिंह जी धन धन सब तो छोटियां निक्कियां जिंदा बाबा फतेह सिंह जी महाराज उन्हां महान पवित्र रूहां नूं याद करदिआं अज 3 पोह हो गया गुरां दे पवित्र चरणां दे विच हाजरियां भरन वास्ते चंगी पवित्र आत्मा वाली मां नूं याद करदिआं अपने हिरदे विच वसा के सुन उपदेश हिरदे वसायो मन इच्छे नानक फल पायो। वो पवित्र रूहां जिन्हां ने इस पोह दे महीने विच एडी वड्डी दास्तान करके विखा दिती शायद दुनिया के इतिहास विच किते दोबारा ना मिले ना पहला होई होवे ते ना अगे नूं होवे। शहीद भावे होए ने पहला भी हुसन ते हुसैन करबला दे उस जंग दे विच 2 शहीद होए पर उन्हां शहीदां दे अगे इन्नियां ऑफरां नहीं रखियां गईयां जिन्नियां साहबजादियां दे अगे रखियां गईयां। हुसन ते हुसैन दोनों मुहम्मद साहब दे दोते सन। करबला दे जंग दे विच ओह शहीद हो गए छोटियां जिंदा सन सब तो सोहणे सन हुसन ते हुसैन। भावें दुनिया दे विच यूसुफ नूं भी सब तो सोहना मन्निया गया है
ਹੁਸਨ ਤੇ ਹੁਸੈਨ ਨੂੰ ਸਭ ਤੋਂ ਹੁਸਨ ਭਾਵ ਚੰਗਾ ਵਧੀਆ ਹੁਸਨ, ਤੇ ਉਹਦਾ ਭਰਾ ਹੁਸੈਨ, ਦੋਨੋਂ ਵਧੀਆ ਉਹਨਾਂ ਦਾ ਰੂਪ ਰੰਗ, ਚੰਗੇ ਸੁੰਦਰ ਬੱਚੇ ਦੋਨੋਂ ਛੋਟੀ ਉਮਰ ਦੇ ਵਿੱਚ। ਅੱਜ ਵੀ ਜਿਤਨੇ ਈਸਾਈ ਵੀਰ ਨੇ ਕਰਬਲਾ ਦੇ ਜੰਗ ਵਿੱਚ ਜਾ ਕੇ ਉਹਨਾਂ ਛੋਟੇ ਛੋਟੇ ਪੁੱਤਰਾਂ ਨੂੰ ਯਾਦ ਕਰਕੇ ਆਪਣੇ ਸਰੀਰ ਦੇ ਉੱਤੇ ਛੁਰੇ ਮਾਰ ਮਾਰ ਕੇ ਆਪਣੇ ਆਪ ਨੂੰ ਲਹੂ ਲਹਾਨ ਕਰ ਲੈਂਦੇ ਨੇ, ਸਾਡੇ ਵਾਸਤੇ ਉਹ ਹੁਸਨ ਤੇ ਹੁਸੈਨ ਉਹਨਾਂ ਨੇ ਜੰਗ ਕੀਤਾ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਦੋ ਹੀ ਸ਼ਹੀਦ। ਪਰ ਉਹਨਾਂ ਅੱਗੇ ਆਫਰ ਕੋਈ ਨਹੀਂ ਰੱਖੀ ਗਈ। ਇਹ ਨਹੀਂ ਕਿਹਾ ਗਿਆ ਤੁਹਾਨੂੰ ਜਿਹੜਾ ਨਾ ਉਹ ਸੋਨੇ ਦੇ ਬੰਗਲੇ ਦੇ ਦਿਆਂਗੇ, ਤੁਹਾਨੂੰ ਚੰਗੀਆਂ ਬੇਗਮਾਂ ਦੇ ਨਾਲ ਵਿਆਹ ਦਿਆਂਗੇ, ਤੁਹਾਨੂੰ ਉੱਚੇ ਅਹੁਦਿਆਂ 'ਤੇ ਬਿਠਾ ਦਿਆਂਗੇ। ਇਹ ਕੋਈ ਉਹਨਾਂ ਅੱਗੇ ਪ੍ਰਸਤਾਵ ਨਹੀਂ ਰੱਖਿਆ ਗਿਆ। ਇਹ ਕੇਵਲ ਤੇ ਕੇਵਲ ਇੱਕ ਸਾਹਿਬਜ਼ਾਦਿਆਂ ਦੇ ਅੱਗੇ ਰੱਖਿਆ ਗਿਆ ਹੈ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ, ਪੁੱਤਰ ਤਾਂ ਸ਼ਹੀਦ ਹੋਏ ਬਹੁਤਿਆਂ ਦੇ, ਇਤਿਹਾਸ ਵਿੱਚ ਬਹੁਤ ਜ਼ਿਕਰ ਮਿਲਦਾ ਹੈ, ਪਰ ਇਸ ਤਰ੍ਹਾਂ ਦੀ ਸ਼ਹਾਦਤ ਨਹੀਂ ਕਿਸੇ ਨੇ ਕੀਤੀ। ਛੋਟੇ ਸਾਹਿਬਜ਼ਾਦਿਆਂ ਤੋਂ ਪਹਿਲਾਂ ਉਹ ਸਧਨਾ ਕਸਾਈ ਹੋਇਆ, ਜਿਹਨੂੰ ਸਰਹੰਦ ਦੀ ਧਰਤੀ ਦੇ ਵਿੱਚ ਹੀ ਕੰਧਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਸਧਨਾ ਗੁਰਬਾਣੀ ਵਿੱਚ ਇੱਕ ਸ਼ਬਦ ਹੈ ਭਗਤ ਸਧਨਾ ਜੀ ਦਾ, ਉਹ ਕਹਿੰਦੇ, ਮੈਂ ਨਾਹੀ ਕਿਛ ਹਉ ਨਾਹੀ ਕਿਛ ਆਹੇ ਨਾ ਮੋਰਾ, ਅਵਸਰ ਲੱਜੈ ਰਾਖ ਲਿਓ ਸਧਨਾ ਜਨ ਤੋਰਾ। ਇਹ ਗੁਰਬਾਣੀ ਵਿੱਚ ਸ਼ਬਦ ਹੈ। ਉਹ ਸਧਨਾ ਜੀ ਨੇ ਮਾਸ ਵੇਚਿਆ, ਬਖਤੇ ਖੀਰ, ਸਤਿਗੁਰੂ ਜੀ ਕਹਿੰਦੇ ਇਹੋ ਜਿਹਾ ਰੰਗ ਲੱਗਿਆ। ਜਿਹੜਾ ਸਧਨਾ ਸੀ, ਕਸਾਈ ਸੀ, ਇੱਕੋ ਹੀ ਸ਼ਬਦ ਦੀ ਚੋਟ ਵੱਜ ਗਈ, ਸ਼ਬਦ ਗੁਰੂ, ਉਹ ਸ਼ਬਦ ਦੀ ਚੋਟ ਇਹੋ ਜਿਹੀ ਵੱਜੀ ਸਧਨੇ ਨੂੰ, ਜਿਹੜਾ ਕਸਾਈ ਸੀ ਇੱਕ ਭਗਤ ਬਣ ਗਿਆ, ਇੱਕ ਫਕੀਰ ਬਣ ਗਿਆ। ਇਹ ਬਾਣੀ ਦੇ ਬਾਣ ਹੀ ਐਸੀ ਹੈ। ਆ ਕੀਰਤਨ ਦਾ ਭਾਵ ਸ਼ਬਦ ਬੋਲਣਾ, ਧਾਰਨਾ ਬੋਲਣੀ ਹੈ। ਕਿ ਕਹਿਣਾ ਵੀ ਬੋਲੋ, ਕਿਸੇ ਦੇ ਗੱਜ ਵੱਜ ਕੇ ਬੋਲੋ, ਕਿਸੇ ਦੇ ਵੱਜੀ ਜਾਵੇ ਬਾਣ ਗੁਰਬਾਣੀ ਦਾ, ਕਿਸੇ ਦੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਬੈਠਿਆਂ ਬੈਠਿਆਂ ਕੋਈ ਇਹੋ ਜਿਹਾ ਮਨ ਵਿੱਚ ਖਿਆਲ ਆ ਜਾਵੇ, ਚੰਗਾ ਖਿਆਲ ਆ ਜਾਵੇ। ਤੇ ਮਹਾਰਾਜ ਜੀ ਕਹਿਣ ਲੱਗੇ, ਜਦੋਂ ਕਿਤੇ ਚੰਗਾ ਖਿਆਲ ਹੋ ਗਿਆ, ਉਹਦੇ ਜਿਹੜੇ ਚੰਗੇ ਕਰਮ ਨੇ ਮੁਜਰੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਕਰਕੇ ਉਹ ਧੰਨ ਸੀ ਮਾਤਾ ਗੁਜਰੀ। ਆਪਣੇ ਖਿਆਲਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸੁਰਤ ਕਰਕੇ ਲੈ ਕੇ ਚੱਲੀਏ, ਮਨ ਕਰਕੇ ਲੈ ਕੇ ਚੱਲੀਏ, ਸਰੀਰ ਕਰਕੇ ਇੱਥੇ ਬੈਠੇ ਹੋਈਏ। ਅਤੇ ਸਾਡਾ ਜਿਹੜਾ ਧਿਆਨ ਹੈ ਉਹ ਜਿਵੇਂ ਜਿਵੇਂ ਇਤਿਹਾਸ ਹੋਇਆ, ਜੇ ਉਸ ਤਰ੍ਹਾਂ ਹੀ ਚੱਲ ਪਏ, ਫਿਰ ਸਮਾਂ ਅਤੇ ਉਹ ਨਾ ਸਵਸਾਂ ਦਾ ਅਤੇ ਨਾ ਹੋਰ ਜਿਹੜਾ ਕੋਈ ਮਰਜ਼ੀ ਕਹਿੰਦੇ ਦੇਸ਼ ਕਾਲ ਵਸਤੂ ਦਾ ਫਿਰ ਪਤਾ ਨਹੀਂ ਲੱਗਦਾ ਹੈ ਮਨੁੱਖ ਨੂੰ, ਸਮਾਧੀ ਜੁੜ ਜਾਂਦੀ ਹੈ। ਯਾਦ ਕਰੀ ਚੱਲੋ ਇਸ ਤਰ੍ਹਾਂ ਬੈਠੇ। ਮਹਾਰਾਜ ਜੀ ਕਹਿੰਦੇ, ਜਦੋਂ ਇਸ ਤਰ੍ਹਾਂ ਯਾਦ ਕਰਦਿਆਂ ਕਰਦਿਆਂ ਫਿਰ ਸਾਡੀ ਹਾਜ਼ਰੀ ਇੱਥੋਂ ਬੈਠਿਆਂ ਦੀ, ਜੇ ਅੱਜ ਦਾ ਦਿਹਾੜਾ ਅਨੰਦਪੁਰ ਸਾਹਿਬ ਦਾ ਤਾਂ ਉੱਥੇ ਲੱਗ ਜੂ ਹਾਜ਼ਰੀ, ਜੇ ਕੱਲ੍ਹ ਦਾ ਦਿਹਾੜਾ ਚਮਕੌਰ ਸਾਹਿਬ ਦਾ ਹੈ ਜਾਂ ਉਹ ਜਿਹੜੀ ਸਰਸਾ ਦੇ ਕਿਨਾਰੇ ਦੇ ਉੱਤੇ ਹੈ, ਉੱਥੇ ਹਾਜ਼ਰੀ ਲੱਗ ਜਾਂਦੀ ਹੈ। ਇਸ ਕਰਕੇ ਉਹ ਮਹਾਨ ਸ਼ਹੀਦਾਂ ਦੇ ਦਿਨ ਇਹੋ ਜਿਹੇ ਚੱਲ ਰਹੇ ਨੇ। ਇਹ ਦਿਨਾਂ ਦੇ ਵਿੱਚ ਨਾ ਤਾਂ ਸਾਡੇ ਮਹਾਂਪੁਰਖ ਕਹਿੰਦੇ ਹੁੰਦੇ ਕੋਈ ਇਹੋ ਜਿਹਾ ਪਦਾਰਥ ਹੋਵੇ ਜਿਹੜਾ ਛਕਿਆ ਜਾਵੇ, ਜਿਸ ਕਰਕੇ ਮਹਾਰਾਜ ਜੀ ਕਹਿੰਦੇ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਇਹੋ ਜਿਹਾ ਕੋਈ ਪਦਾਰਥ, ਇਹੋ ਜਿਹੀ ਕੋਈ ਵਸਤੂ ਨਾ ਛਕੀ ਜਾਵੇ ਜਿਹਦੇ ਖਾਣ ਪੀਣ ਦੇ ਨਾਲ ਪਰਮਾਤਮਾ ਤੋਂ ਅਸੀਂ ਦੂਰ ਹੋ ਜਾਈਏ। ਰੱਬ ਨਹੀਂ ਸਾਥੋਂ ਦੂਰ ਹੁੰਦਾ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਮਹਾਰਾਜ ਜੀ ਕਹਿੰਦੇ, ਤੈਂ ਮਨੁੱਖ ਪਰਮਾਤਮਾ ਨੂੰ ਵਿਸਾਰਤਾ, ਪਰ ਰੱਬ ਨੇ ਨਹੀਂ ਤੈਨੂੰ ਵਿਸਾਰਿਆ ਹੈ। ਇਸ ਕਰਕੇ ਅੱਜ ਦਾ ਦਿਨ ਫਿਰ ਧੰਨ ਮਾਤਾ ਗੁਜਰੀ ਜੀ ਵਾਸਤੇ ਕਿਹੋ ਜਿਹੀਆਂ ਕਹਿਰ ਦੀਆਂ ਰਾਤਾਂ ਹੋਣਗੀਆਂ, ਜਿਨ੍ਹਾਂ ਦੇ ਢਿੱਡ ਵਿੱਚ ਵੀ ਭੋਜਨ ਨਹੀਂ ਸੀ। ਅਤੇ ਧੰਨ ਮਾਤਾ ਗੁਜਰੀ ਜੀ ਛੋਟੇ ਛੋਟੇ ਸਾਹਿਬਜ਼ਾਦੇ, ਧੰਨੋ ਮਾਤਾ ਜੀਤਾਂ ਜੀ। ਮਹਾਰਾਜ ਜੀ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਸਰੀਰ ਦਾ ਪਰਿਤਿਆਗ ਕਰ ਗਏ। ਮਹਾਰਾਜ ਨੂੰ ਬੇਨਤੀ ਕਰੀ ਮਾਤਾ ਜੀਤਾਂ ਜੀ ਨੇ, ਮਹਾਰਾਜ ਕਿਰਪਾ ਕਰ ਦਿਓ ਮੇਰੀ ਸਮਾਧੀ ਲੱਗ ਜਾਵੇ। ਮਹਾਰਾਜ ਨੇ ਸਿਰ 'ਤੇ ਹੱਥ ਧਰਿਆ ਅੰਮ੍ਰਿਤ ਵੇਲੇ।
ਜਦੋਂ ਸਮਾਧੀ ਲੱਗੀ ਦੇਖਿਆ ਬੜਾ ਕੁਝ ਵਰਤਾਂਤ ਹੋ ਰਿਹਾ। ਅੱਜ ਦਾ ਪੋਹ ਦਾ ਦਿਨ ਜਿਹੜਾ ਅੱਜ 3 ਪੋਹ ਦਾ ਲੰਘ ਰਿਹਾ, ਸਭ ਕੁਝ ਮਾਤਾ ਜੀ ਨੇ ਦੇਖਿਆ। ਸੱਚੇ ਪਾਤਸ਼ਾਹ ਇਸ ਤਰ੍ਹਾਂ ਜਾਪਿਆ ਮੈਨੂੰ ਜਿਵੇਂ ਤੁਹਾਡੇ ਕਿਲਿਆਂ ਨੂੰ ਘੇਰਾ ਪਿਆ ਹੁੰਦਾ ਹੈ। ਇਹ ਗੱਲ ਧੰਨ ਮਾਤਾ ਜੀਤੋ ਜੀ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਆਖੀ। ਮਹਾਰਾਜ ਮੈਨੂੰ ਤਾਂ ਇਸ ਤਰ੍ਹਾਂ ਲੱਗਿਆ, ਮਹਾਰਾਜ ਜੀ ਕਹਿੰਦੇ ਕਿਵੇਂ? ਘੇਰਾ ਤੁਹਾਡੇ ਜੀ ਕਿਲਿਆਂ ਨੂੰ ਮੈਂ ਤਾਂ ਪਿਆ ਦੇਖਿਆ ਕਿਲਾ ਤੁਹਾਡੇ ਜੀ, ਘੇਰਾ ਤੁਹਾਡੇ ਜੀ ਕਿਲਿਆਂ ਨੂੰ ਮੈਂ ਤਾਂ ਪਿਆ ਦੇਖਿਆ ਘੇਰਾ ਤੁਹਾਡੇ ਜੀ ਕਿਲਾ ਪਿਆ ਦੇਖਿਆ ਘੇਰਾ ਤੁਹਾਡੇ ਜੀ ਕਿਲਾ ਤੁਹਾਡੇ ਜੀ ਕਿਲਿਆਂ ਨੂੰ ਮੈਂ ਤਾਂ ਪਿਆ ਦੇਖਿਆ ਘੇਰਾ ਤੁਹਾਡੇ ਜੀ ਕਿਲਿਆਂ ਨੂੰ ਮੈਂ ਤਾਂ ਪਿਆ ਵੇਖਿਆ ਘੇਰਾ ਤੁਹਾਡੇ ਜੀ, ਘੇਰਾ ਤੁਹਾਡੇ ਜੀ ਕਿਲਿਆਂ ਨੂੰ ਮੈਂ ਤਾਂ ਪਿਆ ਵੇਖਿਆ ਘੇਰਾ ਤੁਹਾਡੇ ਜੀ ਘੇਰਾ ਤੁਹਾਡੇ ਜੀ ਕਿਲਿਆਂ ਨੂੰ ਮੈਂ ਤਾਂ ਪਿਆ ਦੇਖਿਆ ਘੇਰਾ ਤੁਹਾਡੇ ਜੀ, ਤੁਹਾਡੇ ਜੀ ਕਿਲਿਆਂ ਨੂੰ ਪਿਆ ਦੇਖਿਆ ਘੇਰਾ ਤੁਹਾਡੇ ਜੀ ਕਿਲਿਆਂ ਨੂੰ ਮੈਂ ਤਾਂ ਪਿਆ ਵੇਖਿਆ ਘੇਰਾ ਤੁਹਾਡੇ ਜੀ, ਘੇਰਾ ਤੁਹਾਡੇ ਜੀ ਕਿਲਿਆਂ ਨੂੰ ਮੈਂ ਤਾਂ ਪਿਆ ਵੇਖਿਆ ਘੇਰਾ ਤੁਹਾਡੇ ਜੀ ਕਿਲਿਆਂ ਨੂੰ ਮੈਂ ਤਾਂ ਪਿਆ ਵੇਖਿਆ ਘੇਰਾ ਤੁਹਾਡੇ ਜੀ, ਘੇਰਾ ਤੁਹਾਡੇ ਜੀ ਕਿਲਿਆਂ ਨੂੰ ਮੈਂ ਤਾਂ ਪਿਆ ਵੇਖਿਆ ਘੇਰਾ ਤੁਹਾਡੇ ਜੀ। ਧੰਨ ਮਾਤਾ ਜੀਤੋ ਜੀ ਕਹਿਣ ਲੱਗੇ ਹੋ ਲੱਗਾ ਜਿਵੇਂ ਤੁਹਾਡੇ ਕਿਲਿਆਂ ਨੂੰ ਘੇਰਾ। ਮਹਾਰਾਜ ਕਹਿਣ ਲੱਗੇ ਵੀ ਪੈ ਕੇ ਰਹਿਣਾ। ਚਲੋ ਅੱਗੇ ਵਰਤਾਂਤ ਫਿਰ ਤੁਹਾਡੇ ਨਾਲ ਸਾਂਝਾ ਕੀਤਾ। ਮਾਤਾ ਜੀ ਨੇ ਜਦੋਂ ਸਮਾਧੀ ਲਾਈ ਵੇਖਿਆ ਆਨੰਦਗੜ੍ਹ ਦਾ ਕਿਲਾ ਛੱਡ ਦਿੱਤਾ, ਸਰਸਾ ਦੇ ਵਿਛੋੜੇ ਪੈ ਗਏ, ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਸੀ। ਜਦੋਂ ਬਾਬੇ ਫਤਿਹ ਸਿੰਘ ਦੀ ਵਾਰੀ ਆਈ ਮਾਤਾ ਜੀਤਾਂ ਜੀ ਕਹਿਣ ਲੱਗੇ ਮਹਾਰਾਜ ਇਹ ਕੁਝ ਨਹੀਂ ਮੈਥੋਂ ਦੇਖਿਆ। ਪੁੱਤਰਾਂ ਬਾਲਿਓ ਜਗਤ ਦੇ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਪੁੱਤਰ ਤਾਰਾ ਅੱਖੀਆਂ ਦਾ ਇਸ ਤੋਂ ਹੋਰ ਨਾ ਚੀਜ਼ ਪਿਆਰੀ, ਪੁੱਤਰਾਂ ਦੇ ਵਾਜੋ ਜੀ ਸੁੰਨੀ ਦਿਸਦੀ ਦੁਨੀਆ ਸਾਰੀ, ਪੁੱਤ ਪਿਆਰੇ ਪ੍ਰਾਨਾ ਤੋਇਓ ਭਾਈ ਆਲਮ ਜੀ ਫਰਮਾਉਂਦੇ ਮਾਪਿਆਂ ਤੋਂ ਪੁੱਤਰਾਂ ਦੇ ਵਿਛੋੜੇ ਸਹੇ ਕਦੇ ਨਾ ਜਾਂਦੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਫੇਰ ਕਹਿਣ ਲੱਗੇ ਜੀ ਸੱਚੇ ਪਾਤਸ਼ਾਹ ਅਸੀਂ ਤਾਂ ਸੱਚਖੰਡ ਜਾਣਾ, ਸਾਨੂੰ ਛੁੱਟੀਆਂ ਦੇ ਦਿਓ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਚਲੋ ਫਿਰ ਜਿਵੇਂ ਤੁਹਾਡੀ ਇੱਛਾ ਹੈ। ਮਾਤਾ ਜੀਤਾਂ ਜੀ ਨੇ ਫਿਰ ਇਸ਼ਨਾਨ ਧਿਆਨ ਕਰਿਆ। ਉਦੋਂ 5 ਸਾਲ ਦਾ ਸਾਹਿਬਜ਼ਾਦਾ, 5 ਸਾਲ ਤੇ ਕੁਝ ਕੁ ਦਿਨਾਂ ਦਾ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ। ਛੋਟਾ, ਸਭ ਤੋਂ ਛੋਟਾ ਬਾਬਾ ਫਤਿਹ ਸਿੰਘ, ਇਹ ਮਾਤਾ ਜੀਤੋ ਜੀ ਦਾ ਸੀ। 3 ਸਾਹਿਬਜ਼ਾਦੇ ਮਾਤਾ ਸੁੰਦਰ ਕੌਰ ਜੀ ਦੇ ਸੀ, ਮਾਤਾ ਸਾਹਿਬ ਕੌਰ ਦੇ ਕੋਈ ਬੱਚਾ ਨਹੀਂ ਸੀ। ਉਦੋਂ ਮਹਾਰਾਜ ਜੀ ਜਿਹੜਾ ਨਾ ਉਹ ਬ੍ਰਹਮਚਾਰੀ ਹੋ ਗਏ ਸੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਫਿਰ ਭਾਵੇਂ ਇੱਛਾ ਵੀ ਹੋਈ ਮਾਤਾ ਦੀ ਵੀ ਸਾਡੇ ਘਰ ਕੋਈ ਪੁੱਤਰ ਨਹੀਂ ਹੈ, ਤਾਂ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਜੇ ਤੁਹਾਡੇ ਘਰ ਪੁੱਤਰ ਨਹੀਂ ਨਾ ਤਾਂ ਇਉਂ ਕਰੋ, ਆ ਜਿਤਨਾ ਵੀ ਖਾਲਸਾ ਪੰਥ ਹੈ ਅੱਜ ਤੋਂ ਤੁਹਾਡਾ ਪੁੱਤਰ ਹੈ, ਤੁਹਾਡੇ ਧੀਆਂ ਨੇ, ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਫਿਰ ਸਾਨੂੰ ਜਿਤਨਾ ਵੀ ਖਾਲਸਾ ਪੰਥ ਹੈ ਇਹ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਪਾ ਦਿੱਤਾ ਸੀ। ਖਾਲਸਾ ਜਦੋਂ ਤੇਰਾ ਪੁੱਤਰ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਫਿਰ ਤੇਰਾ ਹਜੇ ਤਾਂ ਪੁੱਤਰ ਛੋਟਾ ਹੈ, 5 ਸਾਲਾਂ ਦਾ ਹੈ, ਤੇ ਜੇ ਤੂੰ ਸੱਚਖੰਡ ਚਲੀ ਗਈ ਤੇ ਇਸ ਪੁੱਤਰ ਨੂੰ ਕੌਣ ਪਾਲੂਗਾ, ਕੌਣ ਵੱਡਾ ਕਰੂਗਾ, ਕੌਣ ਨਿਭਾਊਗਾ, ਕੌਣ ਭੋਜਨ ਪਾਣੀ ਦੇਊ, ਕੌਣ ਦੁੱਧ ਪਿਆਊਗਾ। ਮਾਤਾ ਜੀ ਕਹਿਣ ਲੱਗੇ ਮਾਤਾ ਜੀਤੋ ਜੀ
ਜਦੋਂ ਕਿਤੇ ਅਚਨਚੇਤ ਮਾਂ ਚਲੀ ਜਾਵੇ ਨਾ ਤੇ ਫਿਰ ਦਾਦੀ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹ ਪੁੱਤਰ ਮੇਰੀ ਸੱਸ ਇਹ ਜ਼ਰੂਰ ਪੁੱਤਰ ਨੂੰ ਪਾਲ ਲੂਗੀ, ਕਿਰਪਾ ਕਰ ਦਿਓ ਸੱਚੇ ਪਾਤਸ਼ਾਹ, ਮੈਨੂੰ ਸੱਚਖੰਡ ਜਾਣ ਦੀ ਆਗਿਆ ਦੇ ਦਿਓ, ਮੈਂ ਹੁਣ ਸੱਚਖੰਡ ਜਾਣਾ ਹਾਂ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਅਨੁਸਾਰ ਮਾਤਾ ਜੀਤੋ ਜੀ ਨੇ ਛੋਟੇ ਪੁੱਤਰ ਛੋਟੇ ਬਾਬੇ ਫਤਿਹ ਸਿੰਘ ਨੂੰ 5 ਸਾਲ ਤੇ ਕੁਝ ਕੁ ਮਹੀਨਿਆਂ ਦੇ ਪੁੱਤਰ ਨੂੰ ਚੰਗੀ ਤਰ੍ਹਾਂ ਨਵਾਇਆ ਧਵਾਇਆ, ਬੜਾ ਸੁੰਦਰ ਬਾਣਾ ਪਾ ਦਿੱਤਾ ਬਾਬੇ ਫਤਿਹ ਸਿੰਘ ਜੀ ਦੇ। ਲਿਆ ਕੇ ਮਾਤਾ ਗੁਜਰੀ ਜੀ ਅੰਮ੍ਰਿਤ ਵੇਲੇ ਸਮਾਧੀ ਵਿੱਚ ਬੈਠੇ ਨੇ, ਵਾਹਿਗੁਰੂ 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 ਦਾ ਜਾਪ ਕਰਦੇ ਨੇ। ਲਿਆ ਕੇ ਮਾਤਾ ਜੀਤੋ ਜੀ ਨੇ ਮਾਤਾ ਗੁਜਰੀ ਦੀ ਝੋਲੀ ਵਿੱਚ ਬਾਬਾ ਫਤਿਹ ਸਿੰਘ ਪਾ ਦਿੱਤਾ ਤੇ ਨਾਲ ਵਚਨ ਕਰ ਦਿੱਤਾ, ਮਾਤਾ ਜੀ ਅੱਜ ਤੋਂ ਇਸ ਪੁੱਤਰ ਦੀ, ਮੇਰੇ ਪੁੱਤਰ ਦੀ, ਤੁਹਾਡੇ ਪੋਤਰੇ ਦੀ ਰਾਖੀ ਤੁਸੀਂ ਕਰਨੀ ਹੈ, ਕਿਰਪਾ ਕਰੋ ਹੁਣ ਇਹਨੂੰ ਸਾਂਭ ਕੇ ਰੱਖਿਓ। ਮਾਤਾ ਗੁਜਰੀ ਜੀ ਨੇ ਅੱਖਾਂ ਖੋਲੀਆਂ, ਪੁੱਛਿਆ ਜੀਤੋ ਕੀ ਹੋ ਗਿਆ? ਕਹਿਣ ਲੱਗੇ ਮੈਂ ਹੁਣ ਸੱਚਖੰਡ ਜਾਣਾ ਹਾਂ। ਆਉਣ ਵਾਲਾ ਜਿਹੜਾ ਅਗਲਾ ਸਮਾਂ ਬੜਾ ਭਿਆਨਕ ਹੈ, ਉਹ ਸਮਾਂ ਮੈਥੋਂ ਵੇਖਿਆ ਨਹੀਂ ਜਾਣਾ ਕਿਉਂਕਿ ਮੇਰਾ ਪੁੱਤਰ ਬਹੁਤਾ ਛੋਟਾ ਹੈ। ਹੁਣ ਮੈਂ ਸੱਚਖੰਡ ਚੱਲੀ। ਮਾਤਾ ਜੀ ਗੁਜਰੀ ਜੀ ਨੇ ਬਾਂਹ ਫੜ ਲਈ ਮਾਤਾ ਜੀਤੋ ਜੀ ਦੀ, ਕਹਿਣ ਲੱਗੀ ਠੀਕ ਹੈ ਮੈਂ ਪਾਲ ਦੂੰ, ਪਰ ਅਜੇ ਤਾਂ ਛੋਟਾ ਹੀ ਬਹੁਤ ਹੈ। ਕਿਉਂ? ਉਹ ਫਤਿਹ ਸਿੰਘ ਹੈ ਉਮਰ ਦਾ ਤੇਰਾ ਛੋਟਾ, ਤੂੰ ਤਾਂ ਤੁਰ ਚੱਲੀ ਤੋਰਾਣੀਏ, ਹੈ ਉਮਰ ਦਾ ਛੋਟਾ, ਚੱਲੀ ਜੀ ਤੋਰਾਣੀਏ, ਉਮਰ ਦਾ ਜੇ ਛੋਟਾ, ਤੁਰ ਚੱਲੀ ਜੀ ਤੋਰਾਣੀਏ। ਫਤਿਹ ਸਿੰਘ ਹੈ ਉਮਰ ਦਾ ਤੁਰ ਚੱਲੀ ਜੀ ਤੋਰਾਣੀਏ। ਫਤਿਹ ਸਿੰਘ ਹੈ ਉਮਰ ਦਾ ਜੇ ਛੋਟਾ, ਉਮਰ ਦਾ ਜੇ ਛੋਟਾ, ਤੁਰ ਚੱਲੀ ਜੀ ਤੋਰਾਣੀਏ। ਉਮਰ ਦਾ ਜੇ ਛੋਟਾ, ਤੁਰ ਚੱਲੀ ਜੀ ਤੋਰਾਣੀਏ। ਫਤਿਹ ਸਿੰਘ ਹੈ ਉਮਰ ਦਾ ਜੇ ਛੋਟਾ, ਤੁਰ ਚੱਲੀ ਜੀ ਤੋਰਾਣੀਏ। ਸਿੰਘ ਹੈ ਉਮਰ ਦਾ ਛੋਟਾ, ਤੁਰ ਚੱਲੀ ਜੀ ਤੋਰਾਣੀਏ। ਧੰਨ ਮਾਤਾ ਗੁਜਰੀ ਜੀ ਕਹਿਣ ਲੱਗੇ ਠੀਕ ਹੈ, ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਹਾਂ ਮਾਤਾ ਜ਼ਿੰਮੇਵਾਰੀ ਵੀ ਵੇਖ ਕੇ ਦਿੱਤੀ ਜਾਂਦੀ ਹੈ, ਵੀ ਇਹ ਜ਼ਿੰਮੇਵਾਰੀ ਨਿਭਾ ਸਕਦਾ ਹੈ। ਫਿਰ ਧੰਨ ਮਾਤਾ ਜੀਤੋ ਜੀ ਨੇ ਇਸ਼ਨਾਨ ਕਰਿਆ, ਨਿਤਨੇਮ ਕਰਕੇ ਆਪਣੇ ਉੱਤੇ ਚਾਦਰ ਲਈ ਚਿੱਟੇ ਰੰਗ ਦੀ, ਸਰੀਰ ਦਾ ਪਰਿਤਿਆਗ ਕਰ ਦਿੱਤਾ। ਜਿਵੇਂ ਸੱਪ ਕੁੰਝਲਾ ਜਾਂਦਾ ਇਸ ਤਰ੍ਹਾਂ ਮਾਤਾ ਜੀਤੋ ਜੀ ਸਰੀਰ ਦਾ ਪਰਿਤਿਆਗ ਕਰਕੇ ਸਾਰੇ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਰੌਲਾ ਪੈ ਗਿਆ। ਮਾਤਾ ਜੀ ਸਰੀਰ ਛੱਡ ਗਏ। ਅਚਨਚੇਤ ਆ ਕੇ ਧੰਨ ਮਾਤਾ ਜਾ ਉਹ ਪਵਿੱਤਰ ਸਰੀਰ ਦਾ ਇਸ਼ਨਾਨ ਧਿਆਨ ਕਰਵਾ ਕੇ ਫਿਰ ਬਵਾਨ ਵਿੱਚ ਪਾਇਆ ਗਿਆ। ਸਾਰੇ ਆ ਕੇ ਕੋਲ ਬੈਠੇ ਨੇ ਬੈਰਾਗ ਦੇ ਵਿੱਚ, ਮਾਤਾ ਜੀ ਵੀ ਬੈਠੀ ਹੈ, ਮਾਤਾ ਗੁਜਰੀ ਜੀ ਵੀ। ਪਹਿਲਾਂ ਦੁੱਖ ਸੀ ਪਤੀ ਦਾ, ਸਭ ਤੋਂ ਪਹਿਲਾਂ ਦੁੱਖ ਸੀ 26 ਸਾਲਾਂ ਬਾਅਦ ਪੁੱਤਰ ਦਾ ਮੁਖ ਵੇਖਿਆ। ਫਿਰ ਦੂਜਾ ਦੁੱਖ ਹੋ ਗਿਆ 4 ਸਾਲ ਗੁਰੂ ਤੇਗ ਬਹਾਦਰ ਮਹਾਰਾਜ ਪੁੱਤਰ ਨੂੰ ਨਹੀਂ ਮਿਲੇ। ਜਦੋਂ ਆ ਕੇ ਮਿਲੇ ਮਿਲਾਪ ਥੋੜਾ ਜਿਹਾ ਸਮਾਂ ਹੋਇਆ, 4 ਸਾਲਾਂ ਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ। ਫਿਰ 9 ਸਾਲ ਦੇ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਿਰ ਤੋਂ ਚਲੇ ਗਏ। ਦੂਜਾ ਦੁੱਖ ਹੋ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦੀ ਪ੍ਰਾਪਤ ਕਰ ਗਏ। ਇੱਕ ਦੁੱਖ ਇਹ ਹੋ ਗਿਆ, ਇੱਕ ਨੂੰਹ ਦਾ ਸਿਰ ਤੇ ਦੁੱਖ ਹੋ ਗਿਆ। ਧੰਨ ਸੀ ਉਹ ਮਾਤਾ ਗੁਜਰੀ। ਵਕਤੇ ਅਖੀਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ
ਜਦੋਂ ਫਿਰ ਮਾਤਾ ਜੀਤੋ ਜੀ ਚੜ੍ਹਾਈ ਕਰ ਗਏ, ਸਰੀਰ ਬਵਾਨ ਵਿੱਚ ਪਾਇਆ ਗਿਆ, ਸਭ ਸੰਗਤਾਂ ਆ ਕੇ ਨਮਸਕਾਰਾਂ ਕਰਦੀਆਂ ਨੇ। ਮਹਾਰਾਜ ਦੀ ਵੀ ਵਾਰੀ ਆਈ, ਮਾਤਾ ਜੀਤੋ ਜੀ ਨੇ ਵੀ ਵਾਰੀ ਆਈ ਮੱਥਾ ਟੇਕ ਕੇ। ਵਾਹਿਗੁਰੂ ਜੀ, ਮਾਤਾ ਗੁਜਰੀ ਜੀ ਨੇ। ਫਤਿਹ ਸਿੰਘ ਉਸ ਵਕਤ ਬਾਬਾ ਫਤਿਹ ਸਿੰਘ ਜੀ ਜਿਹੜੇ ਛੋਟੇ ਨੇ, ਗੋਦ ਵਿੱਚ ਚੁੱਕੇ ਹੋਏ ਨੇ ਮਾਤਾ ਗੁਜਰੀ ਜੀ ਦੇ। ਵੱਡਾ ਬਾਬਾ ਅਜੀਤ ਸਿੰਘ ਜੀ ਮਹਾਰਾਜ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਜੀ, ਤਿੰਨ ਸਾਹਿਬਜ਼ਾਦੇ ਵੱਡੇ ਨੇ ਤੇ ਸਭ ਤੋਂ ਛੋਟੇ ਨੇ ਬਾਬਾ ਫਤਿਹ ਸਿੰਘ ਜੀ ਮਹਾਰਾਜ। ਉਸ ਮਾਤਾ ਗੁਜਰੀ ਦੀ ਗੋਦ ਵਿੱਚ ਚੁੱਕੇ ਹੋਏ ਨੇ ਤੇ ਆ ਕੇ ਜਦੋਂ ਮਾਤਾ ਜੀ ਨੇ ਪਰਿਕਰਮਾ ਕਰੀ, ਮੱਥਾ ਟੇਕਿਆ ਉਸ ਸੁੰਦਰ ਭਗਵਾਨ ਨੂੰ, ਇੱਕ ਪਾਸੇ ਕੀਰਤਨ ਹੋ ਰਿਹਾ, ਸੇਵਕ ਕੀ ਓਡ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਜੀਤ। ਇਹੋ ਜਿਹੇ ਮਾਰੂ ਸ਼ਬਦ ਪੜ੍ਹੇ ਜਾ ਰਹੇ ਹਨ। ਤੇ ਧੰਨ ਮਹਾਰਾਜ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਇੱਕ ਪਾਸੇ ਬੈਠੇ ਨੇ, ਕਿਉਂਕਿ ਆਉਣ ਵਾਲਾ ਸਮਾਂ ਮਹਾਰਾਜ ਜੀ ਨੂੰ ਸਭ ਕੁਝ ਵਿਖ ਰਿਹਾ ਹੈ। ਤੇ ਧੰਨ ਮਾਤਾ ਗੁਜਰੀ ਜੀ ਨੇ ਜਦੋਂ ਮੱਥਾ ਟੇਕ ਕੇ ਪੈਰਾਂ ਵਾਲੇ ਪਾਸੇ ਆ ਕੇ ਖੜੀ, ਉਸ ਵਕਤ ਬਾਬੇ ਫਤਿਹ ਸਿੰਘ ਨੇ ਆਖਿਆ, ਮੇਰੀ ਮਾਤਾ ਨਹੀਂ ਬੋਲਦੀ ਹੈ। ਕੀ ਕਾਰਨ ਹੈ? ਨਾ ਉੱਠਦੀ ਹੈ, ਨਾ ਕੁਝ ਬੋਲਦੀ ਹੈ। ਆਲੇ ਦੁਆਲੇ ਨੇ ਕਿਉਂ ਬੈਠੇ ਨੇ ਬਾਬਾ ਫਤਿਹ ਸਿੰਘ ਜੀ? ਧੰਨ ਮਾਤਾ ਗੁਜਰੀ ਜੀ ਕਹਿਣ ਲੱਗੇ, ਲਾਲ ਜੀ ਇਸ ਮਾਤਾ ਨੇ ਹੁਣ ਬੋਲਣਾ ਨਹੀਂ। ਕੀ ਕਾਰਨ ਹੋ ਗਿਆ? ਤੇਰੀ ਮਾਂ ਸੱਚਖੰਡ ਚਲੀ ਗਈ, ਉਸ ਦੇਸ਼ ਵਿੱਚ ਚਲੀ ਗਈ ਜਿੱਥੋਂ ਅੱਜ ਤੱਕ ਕੋਈ ਮੁੜ ਕੇ ਨਹੀਂ ਆਇਆ। ਹਮ ਵਾਸੀ ਉਸ ਦੇਸ਼ ਕੇ ਜਹਾਂ ਜਾਤ ਵਰਨ ਕੁਲ ਨਾਹੇ, ਸ਼ਬਦ ਮਿਲਾਵਾ ਹੋਤ ਹੈ ਦੇਹ ਮਿਲਾਵਾ ਨਾਹੀ। ਧੰਨ ਮਾਤਾ ਗੁਜਰੀ ਜੀ ਕਹਿਣ ਲੱਗੇ, ਲਾਲ ਜੀ ਹੁਣ ਨਹੀਂ ਤੇਰੀ ਮਾਤਾ ਨੇ ਬੋਲਣਾ। ਤੇ ਛੋਟਾ ਜਿਹਾ ਬੱਚਾ ਹੈ, ਬਾਰ-ਬਾਰ ਇੱਕੋ ਹੀ ਗੱਲ ਪੁੱਛੀ ਜਾਂਦਾ ਹੈ, ਮਾਤਾ ਕਿਉਂ ਨਹੀਂ ਬੋਲਦੀ, ਮਾਤਾ ਕਿਉਂ ਨਹੀਂ ਬੋਲਦੀ, ਕਿਉਂ ਨਹੀਂ ਬੋਲਦੀ, ਮਾਤਾ ਕਿਉਂ ਨਹੀਂ ਬੋਲਦੀ, ਮਾਤਾ ਕਿਉਂ ਨਹੀਂ ਬੋਲਦੀ, ਮਾਤਾ ਕਿਉਂ ਨਹੀਂ ਬੋਲਦੀ, ਮਾਤਾ ਕਿਉਂ ਨਹੀਂ ਬੋਲਦੀ ਜੀ, ਮਾਤਾ ਕਿਉਂ ਨਹੀਂ ਬੋਲਦੀ, ਮਾਤਾ ਕਿਉਂ ਨਹੀਂ ਬੋਲਦੀ, ਮਾਤਾ ਕਿਉਂ ਨਹੀਂ ਬੋਲਦੀ, ਬੋਲੋ ਬਈ ਬੋਲੋ, ਮਾਤਾ ਕਿਉਂ ਨਹੀਂ ਬੋਲਦੀ, ਮਾਤਾ ਕਿਉਂ ਨਹੀਂ ਬੋਲਦੀ। ਬਾਬਾ ਫਤਿਹ ਸਿੰਘ ਜੀ ਕਹਿੰਦੇ, 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 ਓ ਬਾਬਾ ਫਤਿਹ ਸਿੰਘ ਜੀ ਕਹਿੰਦੇ, ਮਾਤਾ ਕਿਉਂ ਨਹੀਂ ਬੋਲਦੀ, 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 ਮਾਤਾ ਕਿਉਂ ਨਹੀਂ ਬੋਲਦੀ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਹ ਸਭ ਕੁਝ ਭਾਣੇ ਦੇ ਵਿੱਚ ਹੈ। ਭਾਣਾ ਮੰਨੇ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਈਂਦਾ। ਆਹ ਦਿਨਾਂ ਦੀਆਂ ਜਿਹੜੀਆਂ ਦਾਸਤਾਨਾਂ ਚੱਲ ਰਹੀਆਂ ਨੇ। ਫਿਰ ਧੰਨ ਮਾਤਾ ਉਸ ਜੀਤੋ ਜੀ ਦਾ ਪਵਿੱਤਰ ਭਗਵਾਨ ਚੁੱਕਿਆ ਗਿਆ। ਉਸ ਭਗਵਾਨ ਨੂੰ ਚੁੱਕ ਕੇ ਕੀਰਤਨ ਕਰਦਿਆਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨਾਲ ਬੜੇ ਪਿਆਰ ਦੇ ਨਾਲ ਜਾ ਰਹੇ ਨੇ, ਨਾਲੇ ਆਪ ਮੋਢਾ ਦੇ ਰਹੇ ਨੇ ਤੇ ਸੰਗਤਾਂ ਬੜੇ ਵਿਰਾਗ ਵਿੱਚ ਹੈ। ਸਭ ਸੰਗਤਾਂ ਦੀਆਂ ਅੱਖਾਂ ਜਿਹੜੀਆਂ ਨਮ ਨੇ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਅੱਗੇ ਅੱਗੇ ਜਾ ਰਹੇ, ਨਾਲੇ ਕਹਿੰਦੇ ਨੇ, ਜੀ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਦਰਗਹਿ ਚੱਲਿਆ, 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 ਗੁਰਮੁਖ ਜਨਮ ਸਵਾਰ ਦਰਗਹਿ
ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਸੱਚਾ ਪਿੜ ਮੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਸੱਚਾ ਪਿੜ ਮੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਸੱਚਾ ਪਿੜ ਮੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਸੱਚਾ ਪਿੜ ਮੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਸੱਚਾ ਪਿੜ ਮੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਸੱਚਾ ਪਿੜ ਮੱਲਿਆ ਗੁਰਮੁਖ ਜਨਮ ਸਵਾਰ। ਫਿਰ ਧੰਨ ਮਾਤਾ ਜੀ ਦਾ ਉਹ ਪਵਿੱਤਰ ਅੰਤਮ ਸੰਸਕਾਰ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਜੋਗ ਗਵਾਈ ਵਿੱਚ ਆਪ ਫਿਰ ਕੀਰਤਨ ਸੋਹਲੇ ਦਾ ਪਾਠ ਕੀਤਾ, ਅਰਦਾਸਾ ਕੀਤਾ ਤੇ ਧੰਨ ਮਾਤਾ ਜੀਤੋ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਸੱਚਖੰਡ ਪਿਆਨਾ ਕਰ ਗਏ ਸੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। ਤੇ ਉਹ ਜਿਹੜਾ ਰਾਜੇ ਰਤਨ ਰਾਏ ਨੇ ਪ੍ਰਸ਼ਾਦੀ ਹਾਥੀ ਦਿੱਤਾ ਸੀ ਨਾ ਚਿੱਟੇ ਰੰਗ ਦਾ, ਉਹ ਵੀ ਭੁੱਖ ਦੇ ਮਾਰੇ ਜਿਹੜਾ ਨਾ ਉਹ ਮੈਦਾਨੇ ਜੰਗ ਦੇ ਵਿੱਚ ਉੱਥੇ ਹੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਹੀ ਸਰੀਰ ਦਾ ਪਰਿਤਿਆਗ ਕਰ ਗਿਆ ਸੀ। ਭੁੱਖ ਤੋਂ ਪਿਆਰੇ ਜਾਨਾਂ ਤੋਂ ਪਿਆਰੇ ਸਿੱਖ ਸਨ ਜਿਹੜੇ, ਕੁਝ ਕੁ ਸ਼ਹੀਦ ਹੋ ਗਏ ਤੇ ਕੁਝ ਕੁ ਫਿਰ ਮਹਾਰਾਜ ਨੂੰ ਬੇਦਾਵਾ ਦੇਖ ਕੇ ਭੁੱਖ ਦੇ ਅੱਗੇ ਗੋਡੇ ਟੇਕ ਗਏ ਸਨ। ਸੱਚੇ ਪਾਤਸ਼ਾਹ ਹੁਣ ਕਿਰਪਾ ਕਰ ਦਿਓ ਤੇ ਸਾਥੋਂ ਭੁੱਖ ਤੋਂ ਜਿਹੜਾ ਉਹ ਦੁੱਖ ਸਹਾਰ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਭੁੱਖ ਦਾ ਸਭ ਤੋਂ ਵੱਡਾ ਦੁੱਖ ਹੈ ਫਰੀਦਾ ਮੌਤੋਂ ਭੁੱਖ ਬੁਰੀ, ਮੌਤ ਨਾਲੋਂ ਵੀ ਬੁਰੀ ਜਿਹੜੀ ਆ ਉਹ ਭੁੱਖ ਹੈ। ਰਾਤੀ ਸੁੱਤਾ ਖਾ ਕੇ ਦਿਨੇ ਫੇਰ ਖੜੀ। ਮਹਾਰਾਜ ਜੀ ਕਹਿੰਦੇ ਮੌਤ ਇੱਕ ਵਾਰ ਹੀ ਆਉਂਦੀ ਹੈ, ਭੁੱਖ ਵਾਰ-ਵਾਰ ਸਤਾਉਂਦੀ ਹੈ। ਮੌਤ ਦੇ ਨਾਲੋਂ ਵੀ ਵੱਡਾ ਦੁੱਖ ਹੈ ਜਿਹੜਾ ਭੁੱਖ ਦਾ ਹੈ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮਾਤਾ ਗੁਜਰੀ ਜੀ ਨੇ ਵੀ ਕਿਹਾ, ਸਿੱਖਾਂ ਨੇ ਜਾ ਕੇ ਇਕੱਠੇ ਹੋ ਕੇ ਕਿਹਾ ਮਾਤਾ ਜੀ ਨੂੰ ਕਹਿ ਦੋ ਬਈ ਮਾਤਾ ਗੁਜਰੀ ਜੀ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਹਿ ਦੇਣ ਕਿਲਾ ਛੱਡ ਦੇਣ, ਫਿਰ ਕੁਝ ਸਮੇਂ ਬਾਅਦ ਆ ਕੇ ਫੇਰ ਰਹਿਣ ਲੱਗ ਜਾਗੇ। ਮਾਤਾ ਜੀ ਨੂੰ ਕਿਹਾ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ, ਮਾਤਾ ਫੇਰ ਇਹ ਕਿਲੇ ਵਿੱਚ ਦੁਬਾਰੇ ਨਹੀਂ ਆਇਆ ਜਾਣਾ, ਹੁਣ ਥੋੜਾ ਹੀ ਸਮਾਂ ਹੋਰ ਕਿਰਾਂ ਟਿਕ ਕੇ ਬਹਿ ਜਾਓ। ਫਿਰ ਜਿਉਂ-ਜਿਉਂ ਸਮਾਂ ਲੰਘਦਾ ਗਿਆ ਇਹ ਅੱਗੇ ਸਖਾਲਾ ਸਮਾ ਜਾਣਾ। ਜੇ ਅੱਜ ਦੁੱਖ ਹੈ ਦੁੱਖ ਸੁਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜੇ ਅੱਜ ਦੁੱਖ ਹੈ ਤਾਂ ਕੱਲ ਨੂੰ ਸੁਖ ਵੀ ਹੈ। ਪਰ ਦੁੱਖ ਕੱਟਣ ਦੀ ਜਿਹੜੀ ਹੈ ਨਾ ਉਹ ਮਹਾਰਾਜ ਤੋਂ ਅਰਦਾਸ ਕਰਕੇ ਮੰਗੋ, ਸਮਰੱਥਾ ਦੇ ਦੇ ਸੱਚੇ ਪਾਤਸ਼ਾਹ, ਇਹ ਦੁੱਖ ਝੱਲਣ ਵਾਸਤੇ ਸਾਡਾ ਜਿਗਰਾ ਵੀ ਏਡਾ ਵੱਡਾ ਬਣਾ ਦੇਵੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਜਦੋਂ ਮਾਤਾ ਜੀ ਨੇ ਬਹੁਤਾ ਕਿਹਾ ਲਾਲ ਜੀ ਹੁਣ ਆ ਜਿਤਨ ਤੇਰੇ ਸਿੰਘ ਨਾਲ ਦੇ ਨੇ ਨਾ ਇਹ ਦੇਖ ਅੱਜ ਭੁੱਖ ਦੇ ਨਾਲ ਕਿਵੇਂ ਹੋ ਗਏ। ਮਾਤਾ ਗੁਜਰੀ ਜੀ ਨੇ ਕਿਹਾ ਭਾਵੇਂ ਪਿਆਰ ਦੇ ਵਿੱਚ ਆ ਕੇ ਰੱਬ ਦੇ ਫਕੀਰ ਪੜਦੇ ਹੋ ਕੀ ਕਹਿੰਦੇ, ਜੋ ਸਿੰਘ ਨਾਲ ਦੇ ਸੀ ਉਹ ਚੰਦਰੀ ਨਾਲ ਭੁੱਖ ਦੇ ਖੁਰ ਗਏ, ਜੋ ਸਿੰਘ ਨਾਲ ਦੇ ਸੀ ਚੰਦਰੀ ਨਾਲ ਭੁੱਖ ਦੇ ਖੁਰ ਗਏ, ਜੋ ਸਿੰਘ ਨਾਲ ਦੇ ਸੀ ਚੰਦਰੀ ਨਾਲ ਭੁੱਖ ਦੇ ਖੁਰ ਗਏ, ਜੋ ਸਿੰਘ ਨਾਲ ਦੇ ਸੀ ਚੰਦਰੀ ਨਾਲ ਭੁੱਖ ਦੇ ਖੁਰ ਗਏ, ਜੋ ਸਿੰਘ ਨਾਲ ਦੇ ਸੀ ਚੰਦਰੀ ਨਾਲ ਭੁੱਖ ਦੇ ਖੁਰ ਗਏ, ਜੋ ਸਿੰਘ ਨਾਲ ਦੇ ਸੀ ਚੰਦਰੀ ਨਾਲ ਭੁੱਖ ਦੇ ਖੁਰ ਗਏ। ਤੇਰੇ ਨਾਲ ਦੇ ਜਿਹੜੇ ਸਿੰਘ ਸੀ ਨਾ ਉਹ ਸਾਰੇ, ਕਿਉਂਕਿ ਭੁੱਖ ਦੇ ਅੱਗੇ ਸਭ ਨੇ ਗੋਡੇ ਟੇਕ ਦਿੱਤੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਥੋੜਾ ਜਿਹਾ ਸਮਾਂ ਹੋਰ ਠਹਿ ਜੋ, ਨਹੀਂ ਫਿਰ 7 ਪੋਹ ਨੂੰ ਤੁਹਾਨੂੰ ਪਤਾ ਲੱਗ ਜੂ ਕਿ ਛੱਡ ਸੋਹਣੇ ਮੰਦਰਾਂ ਨੂੰ ਸਤਿਗੁਰ ਬਣ ਕੇ ਮਸਾਵਰ ਤੁਰ ਪਏ, ਛੱਡ ਸੋਹਣੇ ਮੰਦਰਾਂ ਨੂੰ ਸਤਿਗੁਰ ਬਣ ਕੇ ਮਸਾਵਰ ਤੁਰ ਪਏ, ਛੱਡ ਸੋਹਣੇ ਮੰਦਰਾਂ ਨੂੰ ਸਤਿਗੁਰ ਬਣ ਕੇ ਮਸਾਵਰ ਤੁਰ ਪਏ, ਛੱਡ ਸੋਹਣੇ ਮੰਦਰਾਂ ਨੂੰ ਸਤਿਗੁਰ ਬਣ ਕੇ ਮਸਾਵਰ ਤੁਰ ਪਏ,
ਛੱਡ ਸੋਹਣੇ ਮੰਦਰਾਂ ਨੂੰ ਸਤਿਗੁਰ ਬਣ ਕੇ ਮੁਸਾਫਿਰ ਤੁਰ ਕੇ ਛੱਡ ਸੋਹਣੇ ਮੰਦਰਾਂ ਨੂੰ ਸਤਿਗੁਰ ਬਣ ਕੇ ਮੁਸਾਫਿਰ ਤੁਰ ਕੇ ਜੋ ਤੁਹਾਡਾ ਜਿਗਰਾ ਸੀ ਵਿਆਹ ਦੇ ਨਾਲ ਮੌਤ ਦੇ ਚਾਰੇ ਅੱਜ ਤਾਈਓ ਤੁਹਾਨੂੰ ਜੀ ਦੁਨੀਆ ਸੀਸ ਝੁਕਾਉਂਦੀ ਸਾਰੋ ਅੱਜ ਤਾਈਓ ਤੁਹਾਨੂੰ ਜੀ ਦੁਨੀਆ ਸੀਸ ਝੁਕਾਉਂਦੀ ਸਾਰੇ ਅੱਜ ਤਾਈਓ ਤੁਹਾਨੂੰ ਜੀ ਦੁਨੀਆ ਸੀਸ ਝੁਕਾਉਂਦੀ ਸਾਰੋ ਅੱਜ ਤਾਈਓ ਤੁਹਾਨੂੰ ਜੀ ਦੁਨੀਆ ਸੀਸ ਝੁਕਾਉਂਦੀ ਸਾਰੋ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦਿਨਾਂ ਦੀਆਂ ਦਾਸਤਾਨਾਂ ਚੱਲ ਰਹੀਆਂ ਨੇ। 3 ਪੋਹ ਹੋ ਗਿਆ। ਇਹਨਾਂ ਦਿਨਾਂ ਵਿੱਚ ਤਾਂ ਜਮੇ ਹੀ ਕੁਝ ਵੀ ਨਹੀਂ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਕੋਲੇ ਛਕਣ ਵਾਸਤੇ। ਸਿੱਖੋ ਸਾਡੇ ਵਾਸਤੇ ਉਹਨਾਂ ਗੁਰੂਆਂ ਨੇ ਉਹਨਾਂ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ। ਸਿੱਖ ਕੌਮ ਦਾ ਸਿਰ ਉੱਚਾ ਚੁੱਕਣ ਵਾਸਤੇ, ਸਿੱਖ ਕੌਮ ਦਾ ਬੇੜਾ ਡੁੱਬਦਾ ਜਾ ਰਿਹਾ ਸੀ, ਉਹਨੂੰ ਬਚਾਉਣ ਵਾਸਤੇ ਆਪਣੇ ਪਰਿਵਾਰ ਦੀ ਆਹੁਤੀ ਦੇ ਦਿੱਤੀ। ਆਪਣੇ ਛੋਟੇ ਛੋਟੇ ਸਾਹਿਬਜ਼ਾਦਿਆਂ ਦੀ ਉਹਨਾਂ ਦਾ ਜਿਹੜਾ ਹੱਡੀਆਂ ਦਾ ਜਾਲ ਵਿਛਾ ਦਿੱਤਾ, ਉਹਨਾਂ ਦੀ ਮਿੰਜ ਤੇ ਖੂਨ ਦਾ ਗਾਰਾ ਪਾ ਕੇ ਸਿੱਖੀ ਦਾ ਮਹਿਲ ਬਣਾਇਆ। ਜੇ ਸਿੱਖੀ ਦੇ ਮਹਿਲ ਦੇ ਵਿੱਚ ਆਪਾਂ ਸਾਰੇ ਅੱਜ ਅੰਮ੍ਰਿਤ ਵੇਲੇ ਜੁੜ ਕੇ ਬੈਠਦੇ ਹਾਂ। ਆਓ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ। 3 ਪੋਹ ਹੋ ਗਿਆ ਅੱਜ ਭਾਈ। ਇਹ ਬਸ 13 ਪੋਹ ਤੇ ਇਹੋ ਜਿਹੇ ਇੱਕ ਮਹਾਨ ਅਸਹਿ ਤੇ ਇਹੋ ਜਿਹੇ ਦਿਹਾੜੇ ਹਨ ਜਿਹੜੇ ਸਿੱਖੀ ਵਾਸਤੇ, ਸਿੱਖਾਂ ਵਾਸਤੇ ਇਹੋ ਜਿਹੀ ਦਾਸਤਾਨ ਬਣੇ ਹੋਏ ਨੇ ਜਿਹੜੇ ਕਦੇ ਵੀ ਸਿੱਖਾਂ ਤੋਂ ਭੁੱਲ ਨਹੀਂ ਸਕਦੇ। ਭਾਵੇਂ 1704 ਦੀ ਗੱਲ ਹੈ, 1704 ਦੇ ਵਿੱਚ ਮਹਾਰਾਜ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਸੀ, ਪਰ ਅੱਜ ਵੀ ਜਿਉਂ-ਜਿਉਂ ਦਿਨ ਆਈ ਜਾਂਦੇ, ਜਿਉਂ-ਜਿਉਂ ਨੇੜੇ ਸਿਆਲ ਆਈ ਜਾਂਦਾ, ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਹੈ। ਇਸ ਕਰਕੇ ਜਿਉਂ-ਜਿਉਂ ਠੰਡ ਵੱਧਦੀ ਹੈ, ਪੋਹ ਦੇ ਦਿਨ ਵੱਧਦੇ ਨੇ, ਉਵੇਂ-ਉਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦੇ ਦਿਨ ਇਹ ਲਗਾਤਾਰ ਚੱਲਦੇ ਹਨ। ਧੰਨਵਾਦ ਹੈ ਸਾਰੀਆਂ ਸੰਗਤਾਂ। ਅੱਜ ਦੀ ਜੋ ਚਾਹ ਦੀ ਸੇਵਾ ਭਾਈ ਰਣਜੀਤ ਸਿੰਘ ਜੀ ਫੌਜੀ, ਬਸ ਬੇਨਤੀ ਪ੍ਰਵਾਨ ਕਰਿਓ ਭਾਈ, ਸੰਗਤ ਵਾਸਤੇ ਗੁਰੂ ਕਾ ਲੰਗਰ ਚੱਲਦਾ ਹੈ। ਇਹਦੇ ਨਾਲ ਜਿਹੜਾ ਜੇ ਆਪਾਂ ਥੋੜਾ ਦਾਨ ਕੱਢੀ ਜਾਵਾਂਗੇ, ਇਹਦੇ ਨਾਲ ਫਿਰ ਜਿਹੜਾ ਨਾ ਮਹਾਰਾਜ ਜੀ ਕਹਿੰਦੇ ਉਹ ਨਾ ਤਾਂ ਇਕੱਠਾ ਹੋਵੇ ਸਾਡਾ ਵਿਆਜ, ਤੇ ਦੂਜਾ ਨਾਲ ਦੀ ਨਾਲ ਫਿਰ ਜਿਹੜਾ ਨਾ ਮਹਾਰਾਜ ਸੁੱਖ ਰੱਖਦਾ ਹੈ, ਸੁੱਖ ਸ਼ਾਂਤੀ। ਡਾਕਟਰ ਦੇ ਵੀ ਫਿਰ ਇਕੱਠੇ ਦੇਣੇ ਪੈਂਦੇ ਨੇ। ਉੱਥੇ ਡਾਕਟਰ ਦੇ ਥੋੜੀ ਕਹਿਣਾ ਪੈਂਦਾ 100 ਅੱਜ ਲੈ ਲਓ ਜੀ, 50 ਕੱਲ ਨੂੰ ਲੈ ਲਿਓ, 20 ਪਰਸੋਂ ਨੂੰ ਦੇ ਜਾਾਂਗੇ ਤੇ 5 ਫੇਰ ਅੱਗੇ ਦੇ ਜਾਾਂਗੇ। ਇਸ ਤਰ੍ਹਾਂ ਤਾਂ ਨਹੀਂ ਕਿਹਾ ਜਾਂਦਾ। ਉਹਨੂੰ ਜਿੰਨੇ ਮੰਗ ਲਏ ਪਰਚੀ ਤੇ ਲਿਖ ਕੇ ਨਾਲ ਦੀ ਨਾਲ ਕੱਢ ਕੇ ਉਸੇ ਵਕਤ ਜੇਬ ਵਿੱਚੋਂ ਫੜਾ ਦਾਂਗੇ। ਪਰ ਇਧਰਲੇ ਪਾਸੇ ਲੱਗੇ ਹੋਏ ਚੰਗੇ ਨੇ ਤੁਹਾਡੇ। ਆ ਜਿਹੜੀ ਗੁਰੂ ਕੇ ਚਰਨਾਂ ਦੇ ਵਿੱਚ, ਗੁਰੂ ਕੀ ਸੇਵਾ ਦੇ ਵਿੱਚ ਲੱਗ ਜਾਵੇ, ਚੰਗਾ ਹੈ। ਇਹਦਾ ਅੱਗੇ ਵੀ ਜਾ ਕੇ ਤੁਹਾਨੂੰ ਜਿਹੜਾ ਮਿਲਣਾ, ਜੇ ਤੁਸੀਂ ਡਾਕਟਰ ਦੇ ਵੀ ਜੀ ਦਿੱਤਾ ਨਾ, ਉਹ ਤੁਹਾਨੂੰ ਅੱਗੇ ਨਹੀਂ ਜਾ ਕੇ ਮਿਲਣਾ ਕਿਤੇ। ਇਸ ਕਰਕੇ ਵੱਧ ਚੜ ਕੇ ਚਾਹ ਦੇ ਲੰਗਰ ਦੇ ਵਿੱਚ ਯੋਗਦਾਨ ਪਾ ਕੇ, ਹਿੱਸਾ ਪਾ ਕੇ ਭਾਈ ਪੁੰਨ ਦੇ ਭਾਗੀ ਬਣੋ। ਤੇ ਨਾਲ ਨਾਲ ਅਖੰਡ ਜੋਤ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਚੱਲ ਰਹੀ ਹੈ। ਮਹਾਰਾਜ ਕਿਰਪਾ ਕਰੇ। ਅਰਦਾਸ ਬੇਨਤੀ ਕਰਕੇ ਜਾਇਆ ਕਰੋ ਕਿ ਉਹ ਪਾਉਣਾ ਨਾ ਪਾਉਣਾ ਤੁਹਾਡੀ ਮਰਜ਼ੀ ਹੈ, ਪਰ ਇੱਥੇ ਖੜ ਕੇ ਅਰਦਾਸ ਕਰਕੇ ਜਾਇਆ ਕਰੋ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਵੀ ਇਹ ਜੋਤਾਂ ਚੱਲਦੀਆਂ ਰਹਿਣ। ਮਹਾਰਾਜ ਕਿਰਪਾ ਕਰਨਗੇ, ਤੰਦਰੁਸਤੀ ਬਖਸ਼ਣਗੇ। ਰਾਮ ਕਲੀ ਮਹਲਾ ਤੀਜਾ। ਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਨੇ ਪਾਇਆ ਸਹਿਜ ਸਿੱਧੀ ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ੁੱਧ ਗਾ ਬਣਾਈਆਂ। ਸਭ ਤੋਤਾ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਨਾਨਕ ਨੰਦ ਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ।
ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਰੂਪੋ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਵਰਨਾਲੇ ਆਜੀ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਬਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਹਰ ਸਾਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਉਪਜਾਈਆਂ ਕੁਰਬਾਨ ਕੀਤਾ ਗੁਰੂ ਬਿਟੋ ਜੀ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤ ਕਰ ਸੁਭਗ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਧ ਜਿਨ ਕੋ ਸੇ ਨਾ ਮਾਰ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਦਿਤ ਕਰ ਅਨੰਦ ਬਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੇਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਤੇਰੇ ਸੁਣੀ ਸਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਗਣਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਦ ਤੂਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।